ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਵਿੱਚ ਸਟੈਟਿਕਸ ਬੁੱਕਸ ਦਾ ਚੈਪਟਰ ਕਰ ਰਹੇ ਹਾਂ, ਫਸਟ ਚੈਪਟਰ। ਉਹਦੇ ਵਿੱਚ ਆਪਾਂ ਲਾਸਟ ਲੈਕਚਰ ਵਿੱਚ ਮੀਡੀਅਨ ਥਿਊਰਮ ਦੇ ਉੱਪਰ ਬੇਸਡ ਨੂਮੈਰੀਕਲ ਕੀਤਾ ਸੀਗਾ ਅਤੇ ਹੁਣ ਅੱਜ ਕੁਝ ਨੂਮੈਰੀਕਲ ਇਸ ਥਿਊਰਮ ਦੇ ਉੱਪਰ ਬੇਸਡ ਹੋਰ ਕਰਵਾਉਣੇ ਹੈਗੇ ਨੇ। ਇਹ ਥਿਊਰਮ ਹੈ ਕੀ ਸੀ ਉਹ ਦੇਖ ਲਓ ਇੱਕ ਵਾਰੀ, ਫਿਰ ਆਪਾਂ ਨੂਮੈਰੀਕਲ ਸਟਾਰਟ ਕਰਾਂਗੇ। ਇਹ ਕੋਈ ਟਰਾਇੰਗਲ ਏ ਬੀ ਸੀ ਆ, ਇਹ 'ਚ ਏ ਡੀ ਜਿਹੜਾ ਹੈਗਾ ਮੀਡੀਅਨ ਆ। ਮੀਡੀਅਨ ਬਾਰੇ ਕੀ ਕਿਹਾ ਸੀ ਆਪਾਂ ਨੇ, ਜਿਹੜਾ ਮੀਡੀਅਨ ਹੁੰਦਾ ਉਹ ਆਪੋਜ਼ਿਟ ਸਾਈਡ ਨੂੰ ਬਾਈਸੈਕਟ ਕਰੇਗਾ। ਬਾਈਸੈਕਟ ਹੁੰਦਾ ਹੈਗਾ ਟੂ ਇਕੁਅਲ ਪਾਰਟਸ 'ਚ ਡਿਵਾਈਡ ਕਰੇਗਾ। ਏ ਡੀ ਕੀ ਹੋ ਗਿਆ, ਬਾਈਸੈਕਟ ਬੀ ਸੀ ਹੋ ਗਿਆ, ਜਾਂ ਆਪਾਂ ਐਂ ਕਹਿ ਸਕਦੇ ਜਿਹੜਾ ਡੀ ਹੋਊਗਾ ਉਹ ਮਿਡ ਪੁਆਇੰਟ ਆਫ ਬੀ ਸੀ ਹੋਊ। ਤਾਂ ਮੀਡੀਅਨ ਥਿਊਰਮ ਕੀ ਸੀਗੀ, ਜਿੱਥੋਂ ਮੀਡੀਅਨ ਨਿਕਲਦਾ ਹੁੰਦਾ ਏ ਡੀ ਮੀਡੀਅਨ ਕਿਹਦੇ ਵਿੱਚੋਂ ਨਿਕਲ ਰਿਹਾ, ਏ ਬੀ ਅਤੇ ਏ ਸੀ ਸਾਈਡਾਂ ਵਿੱਚੋਂ ਨਿਕਲ ਰਿਹਾ। ਜਿਹੜੀਆਂ ਦੋ ਸਾਈਡਾਂ ਵਿੱਚੋਂ ਮੀਡੀਅਨ ਨਿਕਲਦਾ ਹੁੰਦਾ ਉਹਨਾਂ ਦੋਨੇ ਵੈਕਟਰ ਨੂੰ ਜੋੜ ਲੈਣਾ ਆਪਾਂ। ਦੋਨੇ ਵੈਕਟਰ ਜੋੜੇ ਏ ਬੀ ਪਲੱਸ ਏ ਸੀ ਇਕੁਅਲ ਟੂ 2 ਟਾਈਮਸ ਏ ਡੀ ਹੁੰਦਾ। ਇਹ ਥਿਊਰਮ ਸੀਗੀ ਜੀ ਆਪਣੇ ਕੋਲ। ਇਹਦੇ ਉੱਪਰ ਬੇਸਡ ਆਪਾਂ ਨੂਮੈਰੀਕਲ ਹੋਰ ਕਰਨਾ ਹੈਗਾ। ਮੈਂ ਸਟੇਟਮੈਂਟ ਪੜ੍ਹ ਰਿਹਾ ਹੈਗਾ, ਤੁਸੀਂ ਵੀ ਸਟੇਟਮੈਂਟ ਦੇਖ ਲਓ। The side QR and SP of quadrilateral PQRS are bisected in F and H respectively. Show that if two forces equal and parallel to PQ and SR act on a particle, their resultant is parallel to HF and equals to 2HF। ये शो करना अपन जो ये रब कर लिया पहला अपन। ਹੁਣ ਉਹੀ ਇਹਦੇ ਵਿੱਚ ਪੁਰਾਣੇ ਕਨਸੈਪਟ ਦੁਬਾਰਾ ਯੂਜ਼ ਹੋਣਗੇ ਜੀ। ਜਿਹੜੇ ਬੱਚੇ ਪੜ੍ਹ ਰਹੇ ਉਹਨੂੰ ਪ੍ਰੋਪਰ ਸਮਝ ਆ ਜਾਏਗਾ ਜੀ। ਜਿਨ੍ਹਾਂ ਨੇ ਲੈਕਚਰ ਨਹੀਂ ਪੜ੍ਹੇ ਪਿਛਲੇ ਅਤੇ ਕੰਮ ਨਹੀਂ ਕੀਤਾ ਉਹਨੂੰ ਔਖਾ ਲੱਗੇਗਾ ਜੀ। ਇੱਥੋਂ ਸਟਾਰਟ ਕਰ ਰਹੇ ਹਾਂ। ਇਹ 'ਚ ਇੱਕ ਵਰਡ ਆਇਆ ਹੈਗਾ ਜੀ ਕੁਆਡਰੀਲੇਟਰਲ, PQRS। ਕੁਆਡਰੀਲੇਟਰਲ ਕੀ ਹੁੰਦਾ ਐਨੀ ਜਾਂ ਪੋਲੀਗਨ ਹੈਵਿੰਗ 4 ਸਾਈਡਡ ਜਾਂ ਐਨੀ ਕਲੋਜ਼ਡ ਫਿਗਰ ਜੁਆਇਨਿੰਗ 4 ਸਾਈਡਸ। ਸਾਈਡ 'ਚ ਕੰਪਲਸ਼ਨ ਨਹੀਂ ਕਿ ਸਾਈਡਸ ਪੈਰਲਲ ਨੇ ਕਿ ਨੋਨ ਪੈਰਲਲ ਨੇ, ਕੁਛ ਨਹੀਂ ਪਤਾ, ਇਕੁਅਲ ਕੁਛ ਨਹੀਂ ਪਤਾ। ਬਸ ਕੋਈ ਵੀ ਫਿਗਰ ਡਰਾ ਕਰ ਲਓ ਜਿਹਦੇ 4 ਸਾਈਡਾਂ ਹੋਣ ਅਤੇ ਕਲੋਜ਼ਡ ਫਿਗਰ ਹੋਵੇ ਜੀ, ਉਹਨੂੰ ਕਹਿੰਦੇ ਹੈਗੇ ਆਪਾਂ ਕੁਆਡਰੀਲੇਟਰਲ ਕਹਿੰਦੇ ਆਪਾਂ ਉਸਨੂੰ। ਸੋ ਇਹਦਾ ਨਾਮ ਦਿੱਤਾ ਹੋਇਆ ਉਹਨਾਂ ਨੇ PQRS ਦਿੱਤਾ ਹੋਇਆ ਜੀ ਆਪਾਂ ਨੂੰ। ਅਤੇ ਸਾਈਡ QR ਜਿਹੜਾ ਹੈਗਾ F 'ਤੇ ਬਾਈਸੈਕਟ ਹੋ ਰਹੀ ਆ। QR ਦਾ ਇਹ F 'ਤੇ ਬਾਈਸੈਕਟ ਹੋ ਰਹੀ ਆ। ਬਾਈਸੈਕਟ ਮਤਲਬ ਕਿ ਮਿਡ ਪੁਆਇੰਟ ਹੋ ਗਿਆ। ਬਾਈਸੈਕਟ ਦਾ ਮਤਲਬ ਹੁੰਦਾ ਟੂ ਇਕੁਅਲ ਪਾਰਟਸ 'ਚ ਡਿਵਾਈਡ ਕਰਨਾ। ਜੇ ਦੋਨੇ ਪਾਰਟਸ ਇਕੁਅਲ ਤਾਂ F ਕੀ ਹੋਗਾ, ਮਿਡ ਪੁਆਇੰਟ ਆਫ QR। H ਹੈਗਾ ਮਿਡ ਪੁਆਇੰਟ ਆਫ SP, ਨਾ ਮਿਡ ਪੁਆਇੰਟ। ਸ਼ੋ ਦੈਟ ਇਫ ਟੂ ਫੋਰਸਿਸ ਇਕੁਅਲ ਐਂਡ ਪੈਰਲਲ ਟੂ PQ। ਹੁਣ ਇਹ ਫੋਰਸ ਕੀ ਹੈ ਜੀ, ਜੇ ਇਹ ਫੋਰਸ ਡਰਾ ਕੀਤੀ ਹੈ PQ ਦੇ ਬਰਾਬਰ ਹੈ। ਹਾਂ, ਲੈਂਥ PQ ਦੇ ਬਰਾਬਰ ਹੋਊਗੀ। ਲੈਂਥ ਹੁੰਦੀ ਹੈ ਅਤੇ ਡਾਇਰੈਕਸ਼ਨ ਕੀ ਹੋਊਗੀ, ਜੋ PQ ਵਾਲੀ ਡਾਇਰੈਕਸ਼ਨ ਹੋਊਗੀ। ਜਿਹੜੀ ਆਹ ਫੋਰਸ ਹੈਗੀ ਆ ਇਹ PQ ਦੇ ਪੈਰਲਲ ਆ ਅਤੇ PQ ਦੇ ਇਕੁਅਲ। ਇਹ ਪਿੱਛੇ ਕੀਤਾ ਹੋਇਆ ਆਪਾਂ ਨੇ। ਹੁਣ ਇਹ ਪ੍ਰੋਬਲਮਾਂ ਆਉਣਗੀਆਂ ਜੀ ਜਿਵੇਂ ਆਪਾਂ ਅੱਗੇ ਜਾਈ ਜਾਵਾਂਗੇ। ਤੁਸੀਂ ਪਿਛਲੇ ਲੈਕਚਰ ਜੇ ਅਟੈਂਡ ਨਹੀਂ ਕੀਤੇ ਹੈਗੇ ਤੁਹਾਨੂੰ ਇਹ ਵੀ ਕੰਮ ਔਖਾ ਲੱਗੇਗਾ ਹੁਣ ਹੌਲੀ। ਜੇ ਤਾਂ ਇਹ ਕੰਮ ਕਰੋਗੇ ਫਿਰ ਤੁਹਾਡਾ ਇੰਟਰਸਟ ਆਪੇ ਬਣਿਆ ਰਹੂਗਾ ਜੀ। ਅੱਗੇ ਕੁਐਸਚਨ ਕਰਾਂਗੇ ਆਪਾਂ ਹੋਰ। ਜੇ ਤਾਂ ਨਾਲ ਕਰੀ ਜਾਵਾਂਗੇ ਫਿਰ ਆਪਣਾ ਇੰਟਰਸਟ ਬਣੀ ਜਾਊਗਾ। ਜੇ ਕੁਐਸਚਨ ਇਹ ਨਹੀਂ ਹੈਗੀ ਕਿ ਲੈਕਚਰ ਲਾ ਕੇ ਤੁਹਾਨੂੰ ਪ੍ਰੋਪਰ ਸਮਝਾਊਗਾ। ਲੈਕਚਰ ਲਗਾਓਗੇ ਪਹਿਲੀ ਗੱਲ ਆ। ਦੂਜੀ ਗੱਲ, ਜੇ ਹੋਮਵਰਕ ਵੀ ਨਾਲ ਕੰਮ ਵੀ ਨਾਲ ਕਰੋਗੇ ਅਤੇ ਤੀਸਰੀ ਗੱਲ, ਕੰਮ ਕਰੋਗੇ ਡਾਊਟ ਆਉਣਗੇ, ਡਾਊਟ ਵੀ ਕਲੀਅਰ ਕਰੋਗੇ ਨਾਲ। ਜੇ ਤਿੰਨੇ ਗੱਲਾਂ ਹੋਣਗੀਆਂ ਤਾਂ ਪ੍ਰੋਪਰ ਗੱਲ ਸਮਝ ਆਊਗੀ ਜੀ। ਸੋ ਇੱਕ PQ ਫੋਰਸ ਆ ਜੀ, ਇੱਕ ਫੋਰਸ ਹੈਗੀ ਆ SR। ਰਿਜ਼ਲਟੈਂਟ ਕੀ ਕਿਹਾ ਸੀ ਆਪਾਂ ਐਡ ਕਰਨਾ। ਇਹਦਾ ਜਿਹੜਾ ਰਿਜ਼ਲਟੈਂਟ ਹੈਗਾ ਉਹ ਕਿਹਦੇ ਬਰਾਬਰ ਆਊਗਾ, ਪੈਰਲਲ ਟੂ HF ਐਂਡ ਇਕੁਅਲ ਟੂ 2HF। ਇਹ ਵੀ ਕੀਤਾ ਹੋਇਆ ਪਹਿਲਾਂ। ਆਹ ਵੈਕਟਰ ਕੀ ਹੈ ਜੀ, ਜਿਵੇਂ A ਵੈਕਟਰ ਇਜ਼ ਇਕੁਅਲ ਟੂ B ਵੈਕਟਰ ਹੋਵੇ ਨਾ, ਮਤਲਬ ਕੀ ਹੋ ਗਿਆ ਕਿ A ਅਤੇ B ਵੈਕਟਰ ਦੋਨੇ ਪੈਰਲਲ ਨੇ ਅਤੇ A ਦੀ ਲੈਂਥ ਕਿੰਨੀ ਆ B ਨਾਲੋਂ ਦੁੱਗਣੀ ਹੈ। ਪਹਿਲਾਂ ਕੀਤਾ ਹੋਇਆ ਆਪਾਂ ਨੇ।
ਰਿਜ਼ਲਟੈਂਟ ਕੀ ਆ, ਇੱਥੋਂ ਕੀ ਲੱਗ ਰਿਹਾ ਪਤਾ ਆਪਾਂ ਨੂੰ, ਇਹ ਰਿਜ਼ਲਟੈਂਟ ਕੀ ਹੁੰਦਾ, ਐਡ ਕਰਨਾ। ਰਿਜ਼ਲਟੈਂਟ ਆ ਗਿਆ ਆਪਣੇ ਕੋਲ, ਇੱਥੋਂ ਕੀ ਲੱਗ ਰਿਹਾ ਪਤਾ ਕਿ ਰਿਜ਼ਲਟੈਂਟ ਐਚ ਐਫ ਦੇ ਪੈਰਲਲ ਆ, ਅਤੇ ਐਚ ਐਫ ਨਾਲੋਂ ਕੀ ਆ, ਲੈਂਥ ਉਹਦੀ ਦੁੱਗਣੀ ਆ। ਇਹ ਆਹੀ ਗਿਵਨ ਆਪਾਂ ਨੂੰ, ਰਿਜ਼ਲਟੈਂਟ ਇਜ਼ ਪੈਰਲਲ ਟੂ ਐਚ ਐਫ ਦੇ ਪੈਰਲਲ ਆ ਐਂਡ ਇਕੁਅਲ ਟੂ 2HF। ਜੋ ਰਿਜ਼ਲਟੈਂਟ ਦੀ ਲੈਂਥ ਹੈਗੀ 2HF ਆ। ਚਲੋ ਆਹੀ ਗੱਲਾਂ ਆਉਣਗੀਆਂ ਦੁਬਾਰਾ ਹੁਣ ਜਿੰਨਾ ਹੋ ਸਕੂਗਾ ਉਨਾ ਆਪਾਂ ਚੱਲਦੇ ਹਾਂ ਅੱਗੇ। ਹੁਣ ਜੇ ਵੀ ਥੋੜ੍ਹੀ ਪ੍ਰੋਬਲਮ ਇਹਦੇ ਵਿੱਚ ਇਹੀ ਹੈ, ਟੀਚਰ ਇੱਕੋ ਗੱਲ ਦੁਬਾਰਾ ਰਿਪੀਟ ਕਰਵਾਈ ਜਾਵੇ, ਫਿਰ ਕੰਮ ਉੱਥੇ ਹੀ ਖੜ੍ਹ ਜਾਣਾ ਆਪਣਾ। ਜਿਹੜੇ ਬੱਚੇ ਪੜ੍ਹ ਰਹੇ ਹੈਗੇ ਉਹਨਾਂ ਨੂੰ ਨੁਕਸਾਨ ਹੋਊਗਾ ਕਿ ਕੰਮ ਜੇ ਅੱਗੇ ਨਹੀਂ ਚੱਲੂਗਾ। ਇਸ ਕਰਕੇ ਜੋ ਨਵਾਂ ਕੰਮ ਹੋਊਗਾ ਉਹਦੇ ਪਰ ਆਪਾਂ ਟਾਈਮ ਲਾਵਾਂਗੇ, ਜੋ ਕੰਮ ਇੱਕ ਵਾਰੀ ਕਰਵਾ ਚੁੱਕੇ ਹੈਗੇ ਉਹ ਫਿਰ ਸਿੱਧਾ ਯੂਜ਼ ਕਰਾਂਗੇ ਜੀ ਕੰਸੈਪਟ। ਉਹ ਤੁਹਾਡੀ ਜ਼ਿੰਮੇਵਾਰੀ ਆ ਕਿ ਜੋ ਕੰਮ ਹੋ ਚੁੱਕਿਆ ਪਹਿਲਾਂ ਉਹਨੂੰ ਯਾਦ ਰੱਖੋ। ਇਹ ਆਪਾਂ ਪ੍ਰੂਵ ਕਰਨਾ, ਇਹ ਟੂ ਪ੍ਰੂਵ ਐਚ ਐਫ ਜੁਆਇਨ ਕਰ ਲੈਣਾ ਆਪਾਂ। ਇਹ ਐਚ ਐਫ ਕੁਛ ਨਹੀਂ ਹੈ, ਬਸ ਇਹ 'ਚ ਆਪਾਂ ਨੇ ਵੈਕਟਰ ਦੀ ਪ੍ਰੋਪਰਟੀਜ਼ ਲਾਉਣੀਆਂ ਨੇ, ਇਹਨੂੰ ਬਰਾਬਰ ਸ਼ੋਅ ਕਰਨਾ ਬਸ ਇਹਦਾ। ਇਹ ਸਿੰਪਲ ਜਿਹਾ ਕੰਮ ਆ। ਚਲੋ ਪ੍ਰੂਫ ਸਟਾਰਟ ਕਰ ਰਹੇ ਆਪਾਂ, ਇੱਥੋਂ ਪ੍ਰੂਫ ਸਟਾਰਟ ਕਰ ਲੈਂਦੇ। ਹੁਣ ਪੀ ਕਿਊ ਐਸ ਆਰ ਅਤੇ ਐਚ ਐਫ ਲੈ ਕੇ ਆਉਣਾ। ਆਪਾਂ ਕੀ ਕਰ ਰਹੇ ਹੈਗੇ ਫਿਰ ਇਹਦੇ ਵਿੱਚ, ਇੱਕ ਤਾਂ ਐਚ ਕਿਊ ਜੁਆਇਨ ਕੀਤਾ, ਇੱਕ ਐਚ ਆਰ ਜੁਆਇਨ ਕੀਤਾ। ਇਹਦਾ ਤਰੀਕਾ ਕੀ ਹੁੰਦਾ ਵੈਸੇ ਦੇਖੋ, ਇਹ ਮੀਡੀਅਨ ਬਣ ਗਿਆ ਟਰਾਇੰਗਲ ਦਾ ਐਚ ਆਰ ਕਿਊ। ਇਹ ਟਰਾਇੰਗਲ ਦਾ ਜਿਹੜਾ ਐਚ ਐਫ ਆ ਮੀਡੀਅਨ ਬਣ ਗਿਆ। ਆਪਾਂ ਕੋਸ਼ਿਸ਼ ਇਹ ਕਰਨੀ ਹੁੰਦੀ ਹੈਗੀ ਆ ਕਿ ਜੇ ਮੀਡੀਅਨ ਆ ਰਿਹਾ ਹੈ ਕਿਸੇ ਟਰਾਇੰਗਲ 'ਚ ਲੈ ਕੇ ਆਉਣਾ, ਜਿਵੇਂ ਮੀਡੀਅਨ ਦੀ ਗੱਲ ਟਰਾਇੰਗਲ ਦੇ ਵਿੱਚ ਹੁੰਦੀ ਹੈ। ਹੁਣ ਤੁਸੀਂ ਐਚ ਐਫ ਨੂੰ ਮੀਡੀਅਨ ਨਹੀਂ ਕਹਿ ਸਕਦੇ, ਟਰਾਇੰਗਲ ਤਾਂ ਹੈ ਹੀ ਨਹੀਂ ਕਿਤੇ। ਇਹਦਾ ਕੁਆਡਰੀਲੇਟਰਲ ਆ, ਇਹਦਾ ਕੁਆਡਰੀਲੇਟਰਲ ਆ ਆਪਣੇ ਕੋਲ। ਟਰਾਇੰਗਲ ਦੀ ਮੀਡੀਅਨ ਦੀ ਗੱਲ ਹੁੰਦੀ ਹੈ। ਟਰਾਇੰਗਲ ਤੁਹਾਡੀ ਮਰਜ਼ੀ 'ਚ ਇੱਦਾਂ ਬਣਾ ਲਓ, ਟਰਾਇੰਗਲ ਬਣ ਗਿਆ, ਹੁਣੇ ਮੀਡੀਅਨ ਕਹਿ ਸਕਦੇ ਆਪਾਂ, ਚਾਹੇ ਇੱਦਾਂ ਬਣਾ ਲਓ, ਜਿਸ ਤਰ੍ਹਾਂ ਮਰਜ਼ੀ ਬਣਾ ਲਓ, ਤੁਹਾਡੀ ਮਰਜ਼ੀ ਹੈ। ਇਹ ਆਪਾਂ ਨੇ ਇੱਦਾਂ ਬਣਾ ਲਿਆ, ਉਹਦੇ ਇਹ ਵੈਕਟਰ ਐਂ ਪਾ ਲਿਆ, ਇਹ ਜੁਆਇਨ ਕਰ ਲਿਆ। ਇਹਦਾ ਫਾਇਦਾ ਕੀ ਹੋਊਗਾ, ਜਿੱਥੇ ਮੀਡੀਅਨ ਬਣਦਾ ਹੋਵੇ ਕੋਸ਼ਿਸ਼ ਕਰਨੀ ਕਿ ਮੀਡੀਅਨ ਬਣਾਉਣਾ ਪਹਿਲਾਂ ਆਪਾਂ ਨੇ। ਇਹ ਮੀਡੀਅਨ ਬਣ ਗਿਆ ਐਚ ਐਫ, ਹੁਣ ਉਹ ਯੂਜ਼ ਆਪ ਹੀ ਹੋ ਜਾਊਗਾ ਜੀ, ਬਾਅਦ ਦੀ ਗੱਲ ਆ। ਹੁਣ ਪੀ ਕਿਊ ਅਤੇ ਐਸ ਆਰ ਲੈ ਕੇ ਆਉਣਾ। ਹੁਣ ਪੀ ਕਿਊ ਕਿੱਥੇ ਆਪਣੇ ਕੋਲ ਆ ਸੀ, ਐਸ ਆਰ ਆ ਸੀ। ਚਲੋ ਹੁਣ ਕਰਨ ਲੱਗੇ ਆਪਾਂ, ਇੱਥੋਂ ਸਟਾਰਟ ਕਰ ਰਹੇ ਹਾਂ। ਲੈਫਟ ਹੈਂਡ ਸਾਈਡ ਲੈ ਰਹੇ ਹਾਂ, ਪੀ ਕਿਊ ਪਲੱਸ ਐਸ ਆਰ ਲਿਆ ਆਪਾਂ ਨੇ ਪਹਿਲਾਂ। ਦੇਖੋ ਧਿਆਨ ਨਾਲ, ਪੀ ਕਿਊ ਨੂੰ ਐਚ ਐਫ 'ਚ ਲੈ ਕੇ ਆਉਣਾ। ਤੋ ਦੇਖੋ ਇਹ ਆਪਾਂ ਡਾਇਰੈਕਸ਼ਨ ਇੱਦਾਂ ਪਾ ਲਈ, ਟਰਾਇੰਗਲ ਐਚ ਪੀ ਕਿਊ, ਟਰਾਇੰਗਲ ਐਚ ਪੀ ਕਿਊ ਦੇ ਵਿੱਚ ਜਿਹੜੀ ਵੈਲਿਊ ਹੈਗੀ ਆ ਪੀ ਕਿਊ ਵੈਕਟਰ ਦੀ ਬਾਏ ਟਰਾਇੰਗਲ ਆ ਕਿੰਨੀ ਆਊਗੀ। ਟਰਾਇੰਗਲ ਆ ਕੀਤਾ ਸੀ ਆਪਾਂ, ਦੋ ਫੋਰਸਾਂ ਸੇਮ ਆਰਡਰ ਵਿੱਚ ਹੋਣ ਤਾਂ ਆਪੋਜ਼ਿਟ ਆਰਡਰ ਉਹਦਾ ਰਿਜ਼ਲਟੈਂਟ ਹੋਊਗਾ। ਆ ਦੋ ਸੇਮ ਆਰਡਰ ਵਿੱਚ ਨੇ ਤਾਂ ਪੀ ਐਚ ਪਲੱਸ ਐਚ ਕਿਊ। ਇਹ ਵੈਲਿਊ ਕਿਹਦੀ ਹੈ ਜੀ, ਇਹ ਪੀ ਕਿਊ ਦੀ ਵੈਲਿਊ ਆ ਗਈ। ਇਹ ਸਿੱਧਾ ਲਿਖਣਾ ਆਪਾਂ ਨੇ। ਉਵੇਂ ਆਹ ਟਰਾਇੰਗਲ ਲਿਆ ਆਪਾਂ ਨੇ, ਇਹਦੇ ਵਿੱਚ ਐਸ ਆਰ ਡਾਇਰੈਕਸ਼ਨ ਇੱਧਰਲੇ ਪਾਸੇ ਪਾ ਲਓ ਜੀ। ਇਹ ਦੋਨੇ ਸੇਮ ਆਰਡਰ ਵਿੱਚ ਨੇ, ਐਸ ਐਚ ਅਤੇ ਐਚ ਆਰ ਇਹ ਸੇਮ ਆਰਡਰ ਵਿੱਚ ਨੇ। ਐਸ ਆਰ ਕੀ ਹੈਗਾ, ਆਪੋਜ਼ਿਟ ਆਰਡਰ ਵਿੱਚ ਆ, ਐਸ ਐਚ ਪਲੱਸ ਐਚ ਆਰ। ਸਿੱਧਾ ਲਿਖਣਾ, ਕੋਈ ਮੈਂਸ਼ਨ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਕਿ ਇਹ ਟਰਾਇੰਗਲ ਕਿਹੜਾ ਲਿਆ, ਟਰਾਇੰਗਲ ਕਿਹੜਾ ਲਿਆ, ਸਿੱਧਾ ਆਪਾਂ ਪਾ ਸਕਦੇ ਹਾਂ, ਨੰਬਰ ਨਹੀਂ ਕੱਟਣਗੇ ਆਪਣੇ। ਇਸ ਤੋਂ ਬਾਅਦ ਫਿਰ ਆਪਾਂ ਲਿਖ ਲਿਆ ਇਹਨੂੰ ਜੀ ਪੀ ਐਚ ਪਲੱਸ ਐਸ ਐਚ, ਇਹ ਇਕੱਠਾ ਕਰ ਲਿਆ। ਐਚ ਕਿਊ ਅਤੇ ਐਚ ਆਰ ਇਹ ਇਕੱਠਾ ਕਰ ਲਿਆ। ਸੋ ਪਹਿਲਾਂ ਇਹ ਦੇਖੋ ਜੀ, ਐਚ ਕਿਊ ਅਤੇ ਐਚ ਆਰ ਕਿੰਨਾ ਹੋਊਗਾ। ਐਚ ਐਫ ਮੀਡੀਅਨ ਆ, ਜੇ ਮੀਡੀਅਨ ਹੈਗਾ ਆਪਣੇ ਕੋਲ, ਮੀਡੀਅਨ ਕਿਸ ਤੋਂ ਨਿਕਲ ਰਿਹਾ ਹੈ, ਇੱਕ ਐਚ ਕਿਊ ਸਾਈਡ ਚੋਂ ਨਿਕਲ ਰਿਹਾ ਹੈਗਾ, ਇੱਕ ਐਚ ਆਰ ਚੋਂ ਨਿਕਲ ਰਿਹਾ। ਤਾਂ ਐਚ ਕਿਊ ਪਲੱਸ ਐਚ ਆਰ ਵੈਕਟਰ ਇਜ਼ ਇਕੁਅਲ 2 ਟਾਈਮਸ ਐਚ ਐਫ ਵੈਕਟਰ ਹੋਊਗਾ। ਇਹਨੂੰ ਐਂ ਰੱਖ ਲਓ ਜੀ, 2 ਟਾਈਮਸ ਐਚ ਐਫ। ਇਹ ਨਾਲ ਪਾਉਣਾ ਆਪਾਂ ਨੇ, ਇਹ ਲਾਈ ਆ ਆਪਾਂ ਨੇ ਮੀਡੀਅਨ ਥਿਊਰਮ, ਇਹ ਮੀਡੀਅਨ ਥਿਊਰਮ ਲਾਈ ਹੈ ਜੀ ਆਪਾਂ। ਇਹ ਸੋਲਵ ਕਰਨਾ ਆਪਾਂ, ਕਿੰਨਾ ਹੋਊਗਾ ਪੀ ਐਚ ਪਲੱਸ ਐਚ। ਹੁਣ ਤੁਹਾਨੂੰ ਦੇਖ ਕੇ ਲੱਗ ਰਿਹਾ ਹੋਊਗਾ ਪਤਾ ਕੁਛ,
ਆਪਾਂ ਤਾਂ ਆंसर 2HF ਲੈ ਕੇ ਆਉਣਾ ਤਾਂ ਆ ਗਿਆ, ਕੁਛ ਨਾਲ ਨਹੀਂ ਆਉਣਾ ਚਾਹੀਦਾ ਆਪਣਾ, ਕਿਉਂਕਿ ਆਪਣਾ ਆंसर ਬਣ ਗਿਆ, ਇਹ ਨਹੀਂ ਆਉਣਾ ਚਾਹੀਦਾ। ਮਤਲਬ ਜੇ ਕੈਂਸਲ ਹੋਣੇ ਚਾਹੀਦੇ ਨੇ ਆਪਸ 'ਚ ਤਾਂ ਹੀ ਨਹੀਂ ਆਊਗਾ ਆंसर ਕੁਛ। ਨੇ ਕੈਂਸਲ ਕਿਵੇਂ ਕਰਨੇ ਉਹ ਦੇਖਦੇ ਹਾਂ ਆਪਾਂ। ਦੇਖੋ ਧਿਆਨ ਨਾਲ, HP ਇੱਥੇ ਪਾ ਦਿੰਦੇ ਆਪਾਂ। ਜਿਹੜਾ HP ਵੈਕਟਰ ਹੈਗਾ, ਕੀ ਤੁਸੀਂ ਕਹਿ ਸਕਦੇ ਹੋ HP ਤੇ SH ਇਹ ਬਰਾਬਰ ਨੇ ਵੈਕਟਰ। ਦੋ ਵੈਕਟਰ ਬਰਾਬਰ ਕਦੋਂ ਹੁੰਦੇ ਨੇ? ਦੋ ਵੈਕਟਰ ਇਕੁਅਲ ਤਾਂ ਹੋਣਗੇ ਦੋਨਾਂ ਦਾ ਲੈਂਥ ਇਕੁਅਲ ਹੋਵੇ। ਦੇਖੋ HP ਦੀ ਲੈਂਥ ਤੇ SH ਦੀ ਲੈਂਥ ਬਰਾਬਰ ਹੈ, ਕਿਉਂਕਿ H ਮਿਡ ਪੁਆਇੰਟ ਆ ਨਾ, ਇਹ ਲੈਂਥ ਬਰਾਬਰ ਹੋਣਗੀਆਂ ਦੋਨੇ, ਪਹਿਲੀ ਗੱਲ। ਤੇ ਡਾਇਰੈਕਸ਼ਨ ਵੀ ਸੇਮ ਹੋਵੇ। SH ਕਿੱਧਰ ਆ ਰਿਹਾ? S ਤੋਂ H ਨੀਚੇ ਨੂੰ, HP H ਤੋਂ P ਜਾਣਾ। ਉਰੇ ਕੁਛ ਉਰੇ PH ਪਾਇਆ ਹੈ ਡਾਇਰੈਕਸ਼ਨ ਆਪਾਂ ਨੇ। ਡਾਇਰੈਕਸ਼ਨ ਨਹੀਂ ਮੈਟਰ ਕਰਦੀ ਹੈਗੀ, ਆਪਾਂ ਜਿਵੇਂ ਪਾਈ ਉਵੇਂ ਦੇਖਣੀ ਆ। ਆਪਾਂ ਕਿਵੇਂ ਪਾਇਆ? SH, ਹੁਣ HP ਪਾਇਆ ਆਪਾਂ। HP ਕੀ ਹੋ ਗਿਆ? H ਤੋਂ P ਜਾਣਾ ਆਪਾਂ, H ਤੋਂ P ਨੀਚੇ ਆਊਗਾ। ਜੇ ਨੀਚੇ ਆਊਗਾ ਜੀ, ਇਹ ਵੀ ਨੀਚੇ ਆ ਰਿਹਾ, ਇਹ ਵੀ ਨੀਚੇ ਆ ਰਿਹਾ, ਡਾਇਰੈਕਸ਼ਨ ਸੇਮ ਆ ਪਲੱਸ ਲੈਂਥ ਸੇਮ ਆ, ਤਾਂ ਦੋਨੇ ਵੈਕਟਰ ਬਰਾਬਰ ਨਹੀਂ ਹੈ। ਜੇ ਦੋਨੇ ਵੈਕਟਰ ਬਰਾਬਰ ਨੇ ਤਾਂ ਇਹਨੂੰ ਲਿਖ ਸਕਦੇ ਹੈਗੇ ਆਪਾਂ। HP ਨੂੰ ਉਲਟਾ ਕੀਤਾ, ਪਿੱਛੇ ਪੜਿਆ ਹੋਇਆ ਆਪਾਂ ਨੇ, ਨੈਗੇਟਿਵ ਸਾਈਨ ਆ ਜਾਏਗਾ ਜੀ, ਇਜ਼ ਇਕੁਅਲ ਟੂ SH। ਤਾਂ ਆਪਾਂ ਨੇ SH ਦੀ ਵੈਲਿਊ ਭਰਤੀ -PH, ਇਹ PH ਵੈਕਟਰ ਆ, ਉਰੇ ਭਰਤੀ ਆਪਾਂ ਨੇ -PH, ਇਹ ਕੱਟ ਗਿਆ ਆਪਸ, ਇਹ ਬਣ ਗਿਆ 2HF ਵੈਕਟਰ। ਇਹ ਕੁਐਸਚਨ ਇੱਦਾਂ ਹੀ ਨੇ, ਪਰ ਇਹ ਪ੍ਰੈਕਟਿਸ ਤੋਂ ਬਗੈਰ ਨਹੀਂ ਹੋਣੇ। ਤੁਹਾਨੂੰ ਇਹ ਵੀ ਕੁਐਸਚਨ ਹੈਗੇ ਤਾਂ ਸੌਖੇ ਨੇ, ਤੁਹਾਨੂੰ ਇਹ ਵੀ ਕੁਐਸਚਨ ਔਖੇ ਲੱਗਣਗੇ ਜੀ ਜੇ ਪ੍ਰੈਕਟਿਸ ਨਹੀਂ ਕਰੋਗੇ। ਚਲੋ ਆਹ ਕੁਐਸਚਨ, ਇੱਕ ਨੈਕਸਟ ਕੁਐਸਚਨ ਹੋਰ ਕਰਨਾ ਆਪਾਂ, ਪਹਿਲਾਂ ਇਹ ਰੱਬ ਕਰ ਲਈ। स्टेटमेंट पढ़ रहे हैं जी, तुम स्टेटमेंट देख लो। ABCD इज़ अ क्वाड्रिलेटरल, उम्मीद है जी, एंड E इज़ अ पॉइंट ऑफ इंटरसेक्शन ऑफ लाइन ज्वाइनिंग मिडल पॉइंट ऑफ ऑपोजिट साइड्स। प्रूव दैट द रिजल्टेंट ऑफ फोर्सेज रिप्रेजेंटेड बाय OA, OB, OC, OD is given by 4OE, where O is any point in the plane of the quadrilateral। जो डायग्राम बना रहे हैं जी, फिर समझना की कहा उन्होंने। सारी गल उत्थे ही आती है जी, जे डायग्राम तुहानूं बनानी आ गई, कंसैप्ट सारे पता ने, क्वेश्चन थोड़ा 50% सॉल्व हो गया। बाकी 50% तुसीं अपना आप दिमाग लाना कि वो फॉर्मूले यूज़ किवें करने ਜਾਂ ਉਹ ਕੰਸੈਪਟ ਆਪਾਂ ਯੂਜ਼ ਕਿਵੇਂ ਕਰਨੇ। ਸੋ ABCD ਹੈ, ਦਿੱਤਾ ਕੀ ਹੋਇਆ ਉਹਨਾਂ ਨੇ ਕਿ ਇਹਦੇ ਮਿਡ ਪੁਆਇੰਟਸ ਨੇ। E is a point of intersection of line joining the middle points of opposite side। ਸੋ ਦੇਖਦੇ ਹਾਂ, ਪਹਿਲਾਂ ਮਿਡਲ ਪੁਆਇੰਟਸ ਲੈ ਲਿਆ। ਮਿਡਲ ਪੁਆਇੰਟ P ਆ, ਆਹ Q ਆ, ਆਹ R ਆ ਜੀ, ਇਹ S ਆ, ਇਹ ਮਿਡ ਪੁਆਇੰਟਸ ਨੇ। ਫਿਰ ਕੀ ਲਿਖ ਰਹੇ ਆਪਾਂ? ਲਾਈਨ ਜੁਆਇਨਿੰਗ, ਵਰਡ ਪੜ੍ਹ ਰਹੇ ਆਪਾਂ, ਲਾਈਨ ਜੁਆਇਨਿੰਗ ਦਾ ਮਿਡਲ ਪੁਆਇੰਟਸ ਆਫ ਆਪੋਜਿਟ ਸਾਈਡ। ਆਪੋਜਿਟ ਸਾਈਡ ਦੇ ਸਾਹਮਣੇ ਵਾਲੀ, ਇਹਦੇ ਸਾਹਮਣੇ ਸਾਈਡ ਇਹ ਆ। ਲਾਈਨ ਜੁਆਇਨਿੰਗ ਕਰੋ ਇਹਦੀ ਮਿਡਲ ਪੁਆਇੰਟ ਦੀ। ਮਿਡਲ ਪੁਆਇੰਟ 'ਚ ਆਪਾਂ ਲਾਈਨ ਜੁਆਇੰਟ ਬਣਾਤੀ, ਜੋੜਤੀ। ਆ ਵੀ ਆਪੋਜਿਟ ਸਾਈਡ ਨੇ, ਇਹ ਵੀ ਆਪਾਂ ਲਾਈਨ ਆਪਸ 'ਚ ਜੋੜਤੀ ਆ, ਇਹ E ਬਣ ਗਿਆ। ਇਹਦਾ ਇੰਟਰਸੈਕਸ਼ਨ ਜਿਹੜਾ ਹੈਗਾ ਉਹ E ਆ, ਇਹ ਆਪਾਂ ਨੂੰ ਗਿਵਨ ਹੈ। ਹੁਣ ਕੀ ਕਿਹਾ ਇਸ ਤੋਂ ਬਾਅਦ ਉਹਨਾਂ ਨੇ? O is any point in the plane of quadrilateral। ਪਲੇਨ ਹੁੰਦਾ ਹੈਗਾ ਜਿਵੇਂ ਆਪਾਂ ਬੋਰਡ ਆ, ਇਹ ਬੋਰਡ ਪਲੇਨ ਆ। ਜਿੱਥੇ ਆਪਾਂ ਕੁਆਡਰੀਲੇਟਰਲ ਬਣਾਇਆ ਹੈਗਾ, ਇਹ ਕਿੱਥੇ ਬਣਾਇਆ? ਬੋਰਡ ਤੇ ਬਣਾਇਆ, ਪਲੇਨ ਤੇ ਬਣਾਇਆ, ਤੁਸੀਂ ਕਾਪੀ ਤੇ ਬਣਾਇਆ ਹੋਊਗਾ। ਤਾਂ O ਪੁਆਇੰਟ ਕਿਤੇ ਵੀ ਲੈ ਸਕਦੇ ਪਲੇਨ 'ਚ, ਮਤਲਬ ਬੋਰਡ ਜਾਂ ਕਾਪੀ ਤੇ ਕਿਤੇ ਵੀ O ਪੁਆਇੰਟ ਲੈ ਸਕਦੇ ਹਾਂ। ਸਮਝਾਉਣ ਵਾਸਤੇ ਜਿਹੜਾ O ਪੁਆਇੰਟ ਹੈਗਾ ਇੱਥੇ ਲੈ ਲਿਆ, ਦੱਸਣ ਵਾਸਤੇ ਕਿ O ਪੁਆਇੰਟ ਇੱਥੇ ਆ।
ਹੁਣ ਕੀ ਕਰਨਾ ਆਪਾਂ, ਰਿਜ਼ਲਟੈਂਟ ਕਿਹਦਾ ਫਾइंड करना, OA ਦਾ। OA ज्वाइन की है, OB ये ज्वाइन कर ली, OC OD OC आ सीगा ਅਤੇ OD। ਇਹਨਾਂ ਚਾਰਾਂ ਦਾ ਰਿਜ਼ਲਟੈਂਟ मतलब OA ਵੈਕਟਰ, ਇਹ ਰਫ ਵਰਕ ਆ ਜੀ, प्लस OB ਵੈਕਟਰ प्लस OC प्लस OD। रिजल्टेंट ऐड करना होगा, ये चारों का रिजल्टेंट कि बराबर आऊगा 4 टाइम्स OE वैक्टर। ये OE भी इसमें बनाना पैना नाल, डायग्राम खुली जी बनानी फिर प्रॉपर क्लीयर होवे की है। ये OE वैक्टर है, ये आपने करना है सॉल्व। तो एक छोटी क्लास का कंसैप्ट आऊगा वो करांगे आप। जिथे ना मिड पॉइंट की देखो, मिड पॉइंट आ रहे हैं, जिथे मिड पॉइंट की गल हो उत्थे अपने दिमाग च मीडियन थ्योरम आनी चाहिए है। मीडियन थ्योरम तो मीडियन की बनता होंगे ट्राईएंगल दे विच। देखो ध्यान, आ मिड पॉइंट आ, AB का मिड पॉइंट है। जे इनू आप ज्वाइन कर लीए, डॉटेड पा रहे हैं, ये बन गया मीडियन। देख लो ध्यान, ओ तो मैं लिख दिना फिर तो प्रॉपर जिहा क्लीयर हो जाऊगा। पहला लिया आप इन ट्रायंगल OAB, OAB ट्रायंगल लिया आपने। OP मीडियन, मीडियन की होंगे जो बाइसैक्ट करे, ओपोजिट साइड में बाइसैक्ट कर रहे जी, तो कितना बनूगा ये मीडियन निकल के चो रहा है जी, एक OA दे OB विचों निकल रहा, तो ये बनेगा OA वैक्टर प्लस OB वैक्टर 2 टाइम्स OP वैक्टर। ये आ गया। हुण आ हो गया मीडियन ट्रायंगल दे विच, ते एक बनाने आपां जोड़ दो, मतलब इन ट्रायंगल OCD ट्रायंगल है अपने। OR की हो गया मीडियन, मीडियन क्यों, बिकॉज ये मिड पॉइंट ये कि निकल रहा OR, ये OC तो OD विचों निकल रहा, तो OC प्लस OD इज इक्वल टू 2 टाइम्स OR वैक्टर। अपना काम असी एक तो आप आ वैल्यू कड्ढी है जी, एक आ कड्ढी है वैल्यू, बस 2 वैल्यू कढ़नियाँ सी। चारों जोड़ना ना, बाद चों आप चारों जोड़ के फिर शो करना कि 2OE आंसर आओ। हम दोनों जोड़ लवांगे, ये नाल पाई लो, ये है मीडियन थ्योरम, ये भी हैगी अपने को मीडियन थ्योरम। ये नंबरिंग 1 पा लो, नंबरिंग 2 पा लिया जी, ऐड कर लिया, ऐड 1 एंड 2 दोनों ऐड कर ले। ये आऊगा OA वैक्टर प्लस OB प्लस OC प्लस OD इज इक्वल टू 2 टाइम्स OP वैक्टर 2 टाइम्स OR वैक्टर। 2 बाहर कढ़ लिया अपने, OP वैक्टर प्लस OR वैक्टर। जो थोड़े दिमाग च गल आ रही होवे, हुण आ चीज़ बनानी है अपने, जे OP प्लस OP वैक्टर प्लस OR वैक्टर नूं 2 टाइम्स OE वैक्टर कर दीए, फिर 2 टू द 4 आ जाएगा। इनू 2 टाइम्स OE वैक्टर बनाना, मतलब OP प्लस OR ये 2 टाइम्स OE वैक्टर बनाना अपना। हजे भी दिमाग थोड़ा चल रहा है। 2 टाइम्स OE वैक्टर तां बनूगा जे आह दोनों साइडां इक्वल होणगियां, मतलब कि जे E मिड पॉइंट हो गया इहदा, तो OE की बन जाएगा मीडियन। जे मीडियन बन गया फिर OR OP प्लस OR 2OE बन जाएगा वैक्टर, फिर अपना आंसर आ जाएगा। जो करते हैं आप, यह 10th लैवल च प्रॉपर्टी सीगी, प्रॉपर्टी की सीगी पहला वो लिख लो, इनू कंटिन्यू करते हैं बाद चों आप। प्रॉपर्टी ऐ सी जिवें क्वाड्रिलेटरल, ये मिड पॉइंट्स ने लाइन ज्वाइनिंग की आप मिड पॉइंट्स की ओपोजिट साइड दे, जिथे इंटरसैक्ट करनगे ए वाली साइड पक्का ये बराबर होगी, आ वाली साइड पक्का ये बराबर होगी।
एक दूजे ਨੂੰ ਬਾਈਸੈਕਟ ਕਰਨਗੀਆਂ, मतलब आह लाइन ਇਹਨੂੰ दो बराबर हिस्सिਆਂ ਵੰਡੇਗੀ ਤੇ ਆਹ वाली लाइन ਜਿਹੜੀ ਹੈਗੀ ਹੈ ਇਹਨੂੰ दो बराबर हिस्सिਆਂ ਵੰਡੇਗੀ। ਇਹਨੂੰ ਕਹਿੰਦੇ ਆ ਬਾਈਸੈਕਟ ਈਚ ਅਦਰ। मतलब ਆਹ ਈ ਜਿਹੜਾ ਹੈਗਾ ਇਹਦਾ ਮਿਡ ਪੁਆਇੰਟ ਵੀ ਹੋਊਗਾ, ਇਹਦਾ ਮਿਡ ਪੁਆਇੰਟ, ਦੋਨਾਂ ਦਾ ਮਿਡ ਪੁਆਇੰਟ ਹੋਊਗਾ। ਇਹਨੂੰ ਕਹਿੰਦੇ ਹੈਗਾ ਬਾਈਸੈਕਟ ਈਚ ਅਦਰ। ਇਹ ਪ੍ਰੋਪਰਟੀ ਕੀ ਸੀ ਮੈਂ ਲਿਖ ਦਿੰਦਾ, ਲਿਖ ਲਿਓ। ਹੁਣ ਇਹ ਪੁਰਾਣੇ ਕਨਸੈਪਟ ਲਿਖ ਲਿਆ ਕਰੋ ਸਾਈਡ 'ਤੇ, ਕਿਤੇ ਲਾਈਨ ਜੁਆਇਨਿੰਗ ਇਹ ਸਾਈਡ 'ਤੇ ਕਿਤੇ ਲਿਖ ਲਈਦੇ ਹੁੰਦੇ ਨੇ। ਲਾਈਨ ਜੁਆਇਨਿੰਗ, lines joining midpoints of opposite sides of quadrilateral bisect each other। bisect each other ਹੁੰਦਾ कि आ हिस्सा ਇਹਦੇ बराबर होगा, आ हिस्सा ਇਹਦੇ बराबर होगा, मतलब ई दोहां ਦਾ मिड पॉइंट होगा। ये प्रॉपर्टी है। तो ई ਜਿਹੜਾ ਹੈਗਾ मिड पॉइंट आ, ਇਹਦਾ मिड पॉइंट हो गया तो ਇਹਦਾ भी मिड पॉइंट हो गया। ਇਹਦਾ ਲੋੜ नहीं हैगी ਆਪਾਂ ਨੂੰ, ਇਹ नंबरिंग 1 पा के ਛੱਡ ਲੈਣੇ ਆਪਾਂ। आल्सो E is मिड पॉइंट ऑफ PR, ये मिड पॉइंट ऑफ PR है। क्यों रीजन पाना आप नाल, बिकॉज करके रीजन पा लेना सारा कि लाइन ज्वाइनिंग द मिड पॉइंट्स ऑफ ऑपोजिट साइड्स ऑफ क्वाड्रिलेटरल बाइसेक्ट ईच अदर। फिर ਇਹਦਾ ਕੀ फायदा होगा मिड पॉइंट का, फिर आप लवांगे इन ट्राइएंगल ORP ਜਾਂ OPR। ये ट्राइएंगल लिया OPR, ये मीडियन बन गया OE। ਇਹ ਕਿਹਦੇ ਵਿੱਚੋਂ ਨਿਕਲ ਰਿਹਾ, ਇੱਕ OP ਚੋਂ ਨਿਕਲਦਾ, ਇੱਕ OR ਚੋਂ ਨਿਕਲਦਾ। ਤਾਂ ਇਹ ਬਣੇਗਾ OP ਵੈਕਟਰ ਪਲੱਸ OR ਵੈਕਟਰ ਇਜ਼ ਇਕੁਅਲ ਟੂ 2 ਟਾਈਮਸ OE ਵੈਕਟਰ। ਇਹ ਕੀ ਹੈਗੀ ਆਪਣੇ ਕੋਲ ਮੀਡੀਅਨ ਥਿਊਰਮ, ਇਹ ਮੀਡੀਅਨ ਥਿਊਰਮ ਆ ਗਿਆ। ਬਸ ਇਹ ਵੈਲਿਊ ਚੱਕ ਕੇ ਆਪਾਂ ਨੰਬਰ 1 'ਚ ਭਰ ਦੇਵਾਂਗੇ, ਉਹ ਆਪਣਾ ਆਨਸਰ ਆ ਜਾਊਗਾ। Therefore one becomes OA plus OB plus OC plus OD is equals to 2 times, ये 2 times OE वैक्टर सीगा, ये 4 times OE वैक्टर आ गया। ये अपना आंसर आ गया जी। ਅੱਗੇ ਕੁਐਸਚਨ ਕਰਦੇ ਆਪਾਂ ਇਸ ਤੋਂ ਬਾਅਦ। ਹੁਣ ਜਿਹੜਾ ਇਹ ਕੁਐਸਚਨ ਕਰਨਾ ਹੈਗਾ ਇਹਦੇ 'ਚ ਆਪਾਂ ਨੇ ਲੈਮਡਾ ਮਿਊ ਥਿਊਰਮ ਯੂਜ਼ ਕਰਨੀ ਹੈ। ਲੈਮਡਾ ਮਿਊ ਥਿਊਰਮ ਉਹ ਕਿਵੇਂ ਸੀਗੀ, ਜਦੋਂ ਕੁਐਸਚਨ ਕਰਦੇ ਹਾਂ ਆਪਾਂ ਫਿਰ ਨਾਲ ਨਾਲ ਦੱਸ ਦੂੰਗਾ ਜੀ। ਪਹਿਲਾਂ ਪ੍ਰੂਫ ਕੀਤਾ ਹੋਇਆ ਆਪਾਂ ਨੇ, ਸਟੇਟਮੈਂਟ ਪੜ੍ਹ ਰਹੇ ਹਾਂ ਤੁਸੀਂ ਦੇਖ ਲਓ। ਇਫ G is the centroid of triangle ABC, prove that forces acting at G and represented by GA 2GB 3GC have a resultant force represented by 3GH, where H is the point in BC such that BH equals to 2HC। तो स्टेटमेंट हैगी, हम अगे लिखते हैं आप, दिता की होया आप सेंट्रोइड जे ध्यान च होवे पॉइंट ऑफ इंटरसैक्शन ऑफ मीडियंस हुंदा। अपने को ट्राइंगल है एक, ये ट्राइंगल हैगा ABC, सेंट्रोइड ना मिड पॉइंट ज्वाइन कर लेने आप। डी पॉइंट आ मान लो,
ਆ E ਪੁਆਇੰਟ ਆ, ਇਹ ਮੰਨ ਲਓ F ਪੁਆਇੰਟ ਆ। ਜਿੱਥੇ ਤਿੰਨੇ ਮੀਡੀਅਨ ਆਪਸ 'ਚ ਮਿਲਣਗੇ ਉਹਨੂੰ ਆਪਾਂ ਨੇ ਕਿਹਾ ਹੋਇਆ ਕਿ ਉਹ ਸੈਂਟਰੋਇਡ ਹੋਊਗਾ। ਇਹ ਸੈਂਟਰੋਇਡ ਆ ਗਿਆ ਜੀ। ਤਿੰਨਾਂ ਫੋਰਸਿਸ ਦਾ ਰਿਜ਼ਲਟੈਂਟ ਮਤਲਬ GA ਵੈਕਟਰ ਪਲੱਸ 2GB ਵੈਕਟਰ ਪਲੱਸ 2GC ਵੈਕਟਰ 3GC ਸੌਰੀ। ਰਿਜ਼ਲਟੈਂਟ ਕੀ ਹੋ ਗਿਆ, ਐਡ ਕਰਨਾ। ਰਿਜ਼ਲਟੈਂਟ ਕੀ ਸ਼ੋ ਕਰਨਾ ਆਪਾਂ ਨੇ, ਇਹ 3GH ਹੋਊਗਾ। H ਬਾਰੇ ਮੈਂਸ਼ਨ ਕੀਤਾ ਹੈ ਕਿ H ਪੁਆਇੰਟ ਕਿਹੜਾ ਜੀ, H ਇਜ਼ ਪੁਆਇੰਟ ਇਨ BC ਉੱਪਰ ਪੁਆਇੰਟ ਆ H। ਕਿਵੇਂ, ਉਹ ਹੈਗਾ ਜੀ ਜਿਹੜਾ BH ਲੈਂਥ ਹੈਗੀ ਆ ਇਹ HC ਨਾਲੋਂ ਦੁੱਗਣੀ ਆ। ਦੇਖ ਲਓ H ਕਿੱਥੇ ਆਊਗਾ, BH ਲੈਂਥ ਵੱਡੀ ਹੋਵੇ HC ਛੋਟੀ ਹੋਵੇ, BH ਲੈਂਥ HC ਨਾਲੋਂ ਦੁੱਗਣੀ ਹੋਵੇ ਤਾਂ H ਪੁਆਇੰਟ ਇੱਥੇ ਕਿਤੇ ਆਊਗਾ ਜੀ, ਇੱਥੇ ਪਾਉਣਾ ਆ GH। ਚਲੋ ਆ ਚੀਜ਼ ਆਪਾਂ ਪ੍ਰੂਫ, ਇਹਦਾ ਰਿਜ਼ਲਟੈਂਟ ਆਪਾਂ ਪ੍ਰੂਵ ਕਰਨਾ ਹੈਗਾ। ਜੋ ਪ੍ਰੂਫ ਤਾਂ ਕਰ ਲਵਾਂਗੇ, ਪ੍ਰੂਫ ਤਾਂ ਹੋ ਜਾਏਗਾ ਜੀ। ਇਹ ਆਪਾਂ ਨੇ ਸ਼ੋਅ ਕਰਨਾ। ਦਿੱਤਾ ਕੀ ਹੋਇਆ ਇਹਦਾ, ਇਹ ਦੋ ਹਿੱਸੇ ਨੇ, ਇੱਦਾਂ ਪਾ ਲੈਣੇ, ਇਹ ਦੋ ਹਿੱਸੇ ਨੇ ਰੇਸ਼ੋ 1 ਇੱਕ ਹਿੱਸਾ। ਇਹਨੂੰ ਇੱਦਾਂ ਪਾਉਣਾ ਹੁੰਦਾ BH upon HC ਇਹ 2/1। ਸ਼ੋ ਕਰਦੇ ਹਾਂ ਆਪਾਂ, ਫਿਰ ਦੇਖਦੇ ਹਾਂ ਕਿਵੇਂ ਬਣੂਗਾ। ਇਹ ਸ਼ੋਅ ਕਰਨਾ ਇਹਦੇ ਵਿੱਚ ਪਹਿਲਾਂ ਦੇਖੋ ਇੱਥੋਂ ਸਟਾਰਟ ਕਰ ਰਹੇ ਹਾਂ। ਇਹਦੇ ਵਿੱਚ ਆਪਣੇ ਕੋਲ ਜੇ ਆਪਾਂ ਲਈਏ ਇਨ ਟਰਾਇੰਗਲ ਇੱਕ GA ਫੋਰਸ ਹੈ, ਇੱਕ GB ਹੈ, ਇੱਕ GC। AGC ਆ ਮਿਡ ਪੁਆਇੰਟ ਆ ਜੀ, ਆ ਸਾਈਡਾਂ ਬਰਾਬਰ ਹੋਣਗੀਆਂ। AGC ਟਰਾਇੰਗਲ ਲਿਆ ਆਪਾਂ ਨੇ। AGC ਟਰਾਇੰਗਲ ਦੇ ਵਿੱਚ ਜੇ ਮਿਡ ਪੁਆਇੰਟ ਹੈਗਾ ਤਾਂ ਮੀਡੀਅਨ ਹੋਊਗਾ। ਜਿੱਥੇ ਮਿਡ ਪੁਆਇੰਟ ਮਿਲ ਜਾਏ ਨਾ ਉੱਥੇ ਪਹਿਲਾਂ ਕੰਸੈਪਟ ਇਹੀ ਕੋਸ਼ਿਸ਼ ਕਰਨੀ ਕਿ ਮੀਡੀਅਨ ਥਰੂ ਲਾਉਣੀ ਆ ਆਪਾਂ ਨੇ, ਮੀਡੀਅਨ ਥਰੂ ਲਗਾਉਣੀ ਆ। ਹੁਣ ਮੀਡੀਅਨ ਨਿਕਲ ਕਿਹਦੇ ਵਿੱਚ ਰਿਹਾ, GA GC ਚੋਂ, ਤਾਂ GA ਪਲੱਸ GB ਕਿੰਨਾ GC, GA ਵੈਕਟਰ ਪਲੱਸ GC ਵੈਕਟਰ ਜਿਹੜਾ ਹੈਗਾ ਇਹ 2 ਟਾਈਮਸ GE ਵੈਕਟਰ ਹੋਊਗਾ। ਇਹ ਬਣ ਗਿਆ। ਇਹ ਹੈਗੀ ਆਪਣੇ ਕੋਲ ਮੀਡੀਅਨ ਥਿਊਰਮ। ਇਹ ਮੀਡੀਅਨ ਥਿਊਰਮ ਆਪਣੇ ਕੋਲ ਦੇਖੀ ਜਾਓ ਫਿਲਹਾਲ ਕਿਵੇਂ। ਹੁਣ ਇਹਦੇ ਵਿੱਚ ਜੇ ਦੇਖੀਏ ਧਿਆਨ ਨਾਲ, ਮੀਡੀਅਨ ਥਿਊਰਮ ਜੋ ਸੈਂਟਰੋਇਡ ਕਰਵਾਇਆ ਸੀਗਾ ਉਹ ਦੋ ਕੰਸੈਪਟ ਕਰਵਾਏ ਸੀਗੇ। ਇੱਕ ਤਾਂ ਕੰਸੈਪਟ ਦੱਸਿਆ ਸੀਗਾ ਜੀ ਜਿਹੜਾ ਸੈਂਟਰੋਇਡ ਹੁੰਦਾ ਪੁਆਇੰਟ ਆਫ ਇੰਟਰਸੈਕਸ਼ਨ ਮੀਡੀਅਨ ਹੁੰਦਾ ਹੈਗਾ। ਇੱਕ ਕੰਸੈਪਟ ਹੋਰ ਕਰਵਾਇਆ ਸੀਗਾ ਜਿਹੜਾ ਸੈਂਟਰੋਇਡ ਹੁੰਦਾ ਉਹ ਮੀਡੀਅਨ ਨੂੰ 2:1 'ਚ ਡਿਵਾਈਡ ਕਰਦਾ ਹੁੰਦਾ। ਆਹ ਦੋ ਹਿੱਸੇ ਹੋਣਗੇ, ਆਹ ਹਿੱਸਾ ਇੱਕ ਹੋਊਗਾ, ਜਾਂ ਆਹ ਦੋ ਹਿੱਸੇ ਹੋਣਗੇ, ਆਹ ਹਿੱਸਾ ਇੱਕ ਹੋਊਗਾ। 2:1 'ਚ ਡਿਵਾਈਡ ਕਰਦਾ ਹੁੰਦਾ। ਮਤਲਬ we know that centroid divides the median in ratio 2:1। मतलब ਕੀ ਆ, BG upon GE ਜਿਹੜੀ ਆ ਰੇਸ਼ੋ ਆਊਗੀ ਇਹ 2/1 ਆਊਗੀ। BG upon GE ਇਹ 2/1 ਹੋਊਗਾ। ਜਾਂ ਇਹ ਕਹਿ ਲਓ ਕ੍ਰੋਸ ਮਲਟੀਪਲਾਈ ਕੀਤਾ ਆਪਾਂ ਨੇ, ਜਿਹੜਾ BG ਹੈਗਾ ਇਹ 2 ਟਾਈਮਸ GE ਹੋਊਗਾ। ਹੁਣ ਦੇਖੋ ਧਿਆਨ ਨਾਲ, ਇਹ ਵੈਕਟਰਾਂ ਬਾਰੇ ਕੀ ਕਹਿ ਸਕਦੇ ਹਾਂ, BG ਵੈਕਟਰ ਅਤੇ 2GE ਵੈਕਟਰ, ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਦੋ ਵੈਕਟਰ ਬਰਾਬਰ ਕਦੋਂ ਹੁੰਦੇ ਨੇ, ਜਦੋਂ ਦੋਨੇ ਲੈਂਥ ਬਰਾਬਰ ਹੋਵੇ। ਦੋਨੇ ਲੈਂਥ ਬਰਾਬਰ ਹੈ ਜੀ, ਮੈਗਨੀਟਿਊਡ ਬਰਾਬਰ ਆ। ਡਾਇਰੈਕਸ਼ਨ ਚੈੱਕ ਕਰੋ, BG ਅਤੇ GE ਦੀ ਸੇਮ ਆ। B ਤੋਂ G ਆਪਾਂ ਅੱਗੇ ਜਾ ਰਹੇ ਹਾਂ। ਦੁਬਾਰਾ ਮੈਂ ਦੱਸ ਰਿਹਾ ਕਿ ਉਰੇ ਜੋ ਮਰਜ਼ੀ ਡਾਇਰੈਕਸ਼ਨ ਪਾਈ ਹੋਵੇ, ਜਿਵੇਂ ਆਪਾਂ ਦੇਖਣਾ ਹੈਗਾ ਉਵੇਂ ਦੇਖਣਾ। ਜਿਵੇਂ ਪਾਇਆ BG ਹੈ
तो बी तो जी आप अगे जा रहे हैं तो जी ए भी अगे ही जा रहे हैं आप, डायरैक्शन भी सेम आ, लेंथ भी दोहां की बराबर है जी। तो दोनों वैक्टर की होणगे आपस बी जी तो 2GE आपस इक्वल होणगे। ਇਹਦਾ ਕੀ फायदा होया फिर आप ਇਹਦੀ वैल्यू भरनी है उरे नंबरिंग 1 च इधर भरन लग्या therefore 1 becomes ये वैल्यू भरी आपने ये बन गया GA वैक्टर GC वैक्टर इज इक्वल्स टू BG वैक्टर, ये बन गया। हुण BG नूं आपां लिख सकते हैं माइनस ऑफ GB, ये भी किता है जी। उस तो बाद GB नूं इधर लिया आपने तो ये बन गया जी GA वैक्टर प्लस GB वैक्टर प्लस GC वैक्टर इज इक्वल टू 0 वैक्टर। इत्थे पहुँच गए आप। नाओ ये रफ वर्क से ये बनाना ना आप सारा ये बनाना सी आप मतलब इनू आपने ये इक्वल शो करना। हुण आ टर्म लै रहे हैं आप। नाओ आपने लिया GA वैक्टर 2GB वैक्टर 3GC वैक्टर ये लिया जी आपने। इनू इदा लिख लवांगे आप GA वैक्टर प्लस GB वैक्टर प्लस GC वैक्टर प्लस GB वैक्टर प्लस 2GC वैक्टर। ये शायद समझ आ गया होगा। ये स्प्लिट किया आपने जिमें GA तो उदी आ गया GA वैक्टर तो आ GB वैक्टर 2 टाइम्स सीगा अलग अलग कर लिया, ये अलग पा लिया 2 टाइम्स हो जाएगा। 3 टाइम्स में आप तोड़ लिया कि 1 टाइम्स आप इत्थे पा लिया 2 टाइम्स आप उत्थे पा लिया। इसका फायदा की है, वैल्यू पता 0 है, नंबरिंग 2 पा लियो, ये वैल्यू हैगी 0। यूजिंग 2 तो ये आ गया अपने को GB वैक्टर प्लस 2 टाइम्स GC वैक्टर। हुण लाउणी आप इस तो बाद लैम्डा म्यू थ्योरम। वो की होंदी है पहला वो देख लीए फिर आप लाने ये उपर। लैम्डा म्यू थ्योरम आप करी सीगी जी आ OA सीगा आ B, ये लैम्डा OA सीगा वैक्टर जिहड़ा मन्निया सी इधर इधर मन्निया सी आपां म्यू OB वैक्टर मन्निया सी अलॉन्ग मन्निया सीगा कला म्यू OB पा लो। तो इन्हां दोनों का रिजल्टेंट की आया सी अपने को लैम्डा प्लस म्यू OC। मतलब मैं इधर पा रहा साइड पर मतलब लैम्डा OA वैक्टर प्लस म्यू OB वैक्टर इज इक्वल टू लैम्डा प्लस म्यू OC वैक्टर आ रिजल्टेंट से बाय लैम्डा म्यू थ्योरम। तो C पॉइंट किवें सीगा, C पॉइंट इदां सीगा, ये लिखिया सी नाल अपने कि लैम्डा CA इज इक्वल टू म्यू CB। ये गिवन सी C पॉइंट इदा सी स्टेटमेंट दे विच कि लैम्डा टाइम्स CA इज इक्वल टू म्यू टाइम्स CB, जां ये कह लवो CA अपॉन CB, CA अपॉन CB ये कितना बनेगा म्यू अपॉन लैम्डा। ये रेशो कितनी है जी म्यू रेशो लैम्डा। दोबारा देखो कि इस लैम्डा म्यू थ्योरम लैम्डा म्यू थ्योरम सी डायग्राम सी इधरले पासे फोर्स लैम्डा OA सी, इधर म्यू OB सी फोर्स, इधर रिजल्टेंट पक्का की आऊगा लैम्डा प्लस म्यू OC आऊगा। तो C पॉइंट इदा होगा AC उपर कि C पॉइंट जोड़ा है AB नू म्यू रेशो लैम्डा च डिवाइड करेगा। आ दोनों गल्लां सी इहदे विच स्टेटमेंट। तो देखो ध्यान अगर की है समझाने वास्ते जी यही डायग्राम बना रहे हैं GBC ट्रायंगल अलग ड्रॉ कर रहे हैं, घुमा के ड्रॉ कर रहे हैं ताकि डायग्राम थोड़ी ये वर्गी मैच हो जाए।
मतलब ये इदां बना रहा मैं। आह ट्रायंगल अलग बनाया, ऐ घुमा के बनाया जी, इनू इदा घुमाता, ट्रायंगल बन गया इदा। ट्रायंगल लैके इनू घुमाता, घुमाया वैसे तुहानूं दिखाने वास्ते कि सेम मेरे वर्गी है। मैं सिर्फ जी ते एच ज्वाइन कर रहा, जी ते एच ज्वाइन कर रहे। आ डी पॉइंट नहीं बनाया, च लोड़ नहीं है। इधरले पासे फोर्स मान लो जी बी, जां कला 1 जी बी ले लो। इधरले पासे फोर्स ले लो 2 जी सी। ये क्यों लईआं ने, इत्थों देख के लईआं ने, एक जी बी आ, एक 1 जी बी आ, एक 2 जी सी आ। तो बाय लैम्डा म्यू थ्योरम ਇਹਦਾ आंसर की आऊगा, लैम्डा ओ ए प्लस म्यू ओ बी, ये आऊगा लैम्डा प्लस म्यू ओ सी ज्वाइन करना, ये आऊगा लैम्डा प्लस म्यू ओ सी थां की और जी एच वैक्टर। ये किवें आया, बाय लैम्डा म्यू थ्योरम, ये लैम्डा म्यू थ्योरम आई है। एच पॉइंट किवें होगा, ये भी किया है, वेयर एच इज़, एच किवें होगा, रेशो कितनी होगी ये, आ रेशो बनाई है आपने, रेशो कितनी होंदी है, आ लैम्डा सीगा, आ म्यू सी, रेशो होंदी हैगी आ म्यू रेशो लैम्डा। आ भी गल ध्यान रखनी है, दोनों गल्लां होंदियां ने, एक फार्मूला होंदा, एक आ रेशो, दोनों गल्लां इत्ते याद रखनियां आपने। वेयर एच किवें होगा, एच इदां होगा कि बी एच अपॉन एच सी, बी एच अपॉन एच सी, ये होगा 2:1, 2/1। इन्हूं लिख लो अगे, ये बन गया 3 टाइम्स जी एच वैक्टर, 3 टाइम्स जी एच वैक्टर, तो बी एच के बराबर आ गया, बी एच इज इक्वल टू 2 HC, उधर क्रॉस मल्टीप्लाई करना। यही आप शो करना सी, ये तिन्ना दा रिजल्टेंट की आऊगा जी, ये 3 GH वैक्टर आऊगा, तो ये शो करना सी, एक ये शो करना सी बी एच इक्वल टू 2 HC है, ये भी आप नाल शो करना। हुण ये दो कंसैप्ट मीडियन थ्योरम भी यूज़ हुई है, ये लैम्डा म्यू थ्योरम भी यूज़ हुई है, इस करके ये जो क्वेश्चन ज़्यादा इंपॉर्टेंट है, जो ये क्वेश्चन देख लियो। एक लैम्डा म्यू थ्योरम का क्वेश्चन होर करवाना है समझाने वास्ते, वो देखो, ये रब कर लिए पहला आप। तो मैं स्टेटमेंट पढ़ रहा है, स्टेटमेंट तुसी भी देख लो जी। इफ 2 फोर्सिस पी क्यू एक्ट अलॉन्ग ओ ए एंड ओ बी एंड देयर रिजल्टेंट मीट्स द लाइन ए बी इन द पॉइंट सी, फाइंड द पोजिशन ऑफ अ पॉइंट सी in which their resultant cuts AB। तो डायग्राम बना रहे हैं आप, ओ ए ओ बी सी, इधर पी फोर्स है जी, इधर क्यू फोर्स। ये गिवन अपने की फाइंड करना जी, आपने फाइंड करना है ये फाइंड द पोजिशन ऑफ पॉइंट सी। दसो सी पॉइंट कित्थे आऊगा, इन विच देयर रिजल्टेंट, इन्होंने दोनों रिजल्टेंट है, ये दोनों फोर्स रिजल्टेंट इधर आऊगा बाय लैम्डा म्यू थ्योरम। जिहड़ा ये रिजल्टेंट हैगा जी कट्स ए बी,
ए बी ਨੂੰ ਕੱਟ ਕਰ ਰਿਹਾ ਹੈਗਾ ਤਾਂ ਇਹ ਪਤਾ ਕਰਨਾ ਕਿ C ਪੁਆਇੰਟ A ਵਿੱਚ ਕਿੱਥੇ ਆਊਗਾ। ਉਹ ਕਿਵੇਂ ਦੇਖਾਂਗੇ C ਪੁਆਇੰਟ ਕਿੱਥੇ ਆਊਗਾ, ਮਤਲਬ ਆਪਾਂ AC ਅਪੋਨ BC ਆ ਰੇਸ਼ੋ ਫਾਈਂਡ ਕਰਨੀ ਹੈ ਕਿ ਕਿੱਥੇ ਕੁ ਆਊਗਾ, ਇਹ ਰੇਸ਼ੋ ਕਿੰਨੀ ਹੋਊਗੀ। ਤੇ ਬਾਏ ਲੈਮਡਾ ਮਿਊ ਥਿਓਰਮ ਰੇਸ਼ੋ ਪਤਾ ਆਪਾਂ ਨੂੰ ਕਿੰਨੀ ਹੋਊਗੀ, ਰੇਸ਼ੋ ਹੁੰਦੀ ਹੈ ਮਿਊ ਰੇਸ਼ੋ ਲੈਮਡਾ। ਮਤਲਬ ਆਪਾਂ AC ਅਪੋਨ CB ਫਾਈਂਡ ਕਰਨੇ, ਉਹ ਫਾਈਂਡ ਕਰਦੇ ਹਾਂ ਆਪਾਂ ਕਿਵੇਂ ਫਾਈਂਡ ਕਰਨਾ। ਤਾਂ ਉਹ ਵੈਸੇ ਪ੍ਰੋਪਰ ਸ਼ੁਰੂ ਨਹੀਂ ਕੀਤਾ, ਉਹ ਸਮਝਾ ਰਿਹਾ ਕਰਨਾ ਕਿਵੇਂ ਆ। ਆਪਾਂ ਨੂੰ ਪਤਾ ਹੈ ਕਿ ਇੱਧਰ ਲੈਮਡਾ OA ਹੁੰਦੀ ਹੈ ਫੋਰਸ, ਇੱਧਰ ਕੀ ਹੁੰਦੀ ਆ ਮਿਊ OB ਹੁੰਦੀ ਆ, ਆ ਬਣੀ ਹੋਈ ਡਾਇਗ੍ਰਾਮ। ਤਾਂ ਰੇਸ਼ੋ ਕਿੰਨੀ ਬਣਦੀ ਆ ਰਿਜ਼ਲਟੈਂਟ ਦੀ, ਜਿਹੜੀ ਆਹ ਰੇਸ਼ੋ ਹੁੰਦੀ ਹੈਗੀ ਆ ਇਹ ਮਿਊ ਰੇਸ਼ੋ ਲੈਮਡਾ, ਮਤਲਬ AC ਅਪੋਨ BC ਹੁੰਦਾ ਹੈਗਾ ਮਿਊ ਅਪੋਨ ਲੈਮਡਾ ਹੁੰਦਾ, ਆਹ ਰੇਸ਼ੋ ਹੁੰਦੀ ਹੈ। ਆਪਾਂ ਨੇ ਆਹੀ ਰੇਸ਼ੋ ਫਾਈਂਡ ਕਰਨੀ ਆ, ਆਹੀ ਫਾਈਂਡ ਕਰਨੀ ਆ ਆਪਾਂ ਨੇ, ਮਤਲਬ ਮਿਊ ਫਾਈਂਡ ਕਰਾਂਗੇ ਫਿਰ ਲੈਮਡਾ ਫਾਈਂਡ ਕਰਾਂਗੇ, ਇਹ 'ਚ ਭਰ ਦੇਵਾਂਗੇ, ਜੋ ਆ ਗਿਆ ਉਹ ਆਂਸਰ ਉਹ ਰੇਸ਼ੋ ਬਣ ਜਾਏਗੀ। ਜੋ ਕਰਦੇ ਹਾਂ ਆਪਾਂ ਦੇਖੋ ਧਿਆਨ ਨਾਲ, ਇਹ ਡਾਇਗ੍ਰਾਮ ਬਣੇਗੀ, ਇਹ ਰਫ ਵਰਕ ਸੀਗਾ, ਇਹ ਰਫ ਕੰਮ ਆ ਜੀ। ਇਹ ਡਾਇਗ੍ਰਾਮ ਬਣਾ ਕੇ ਅੱਗੇ ਸੋਲਵ ਕਰਨਾ ਆਪਾਂ ਨੇ। ਹੇਅਰ ਦੇਖੋ ਗੌਰ ਨਾਲ, ਫੋਰਸ ਲੈਮਡਾ OA ਹੁੰਦੀ ਹੈ ਨਾ, ਇੱਧਰ ਲੈਮਡਾ OA ਮੰਨਦੇ ਹੁੰਦੇ ਆਪਾਂ, ਹੁੰਦੀ ਲੈਮਡਾ OA ਆ, ਗਿਵਨ ਕਿੰਨੀ ਆ P, ਇਹ ਇਕੁਅਲ ਟੂ P ਗਿਵਨ ਦਿੱਤੀ ਹੋਈ ਆ। ਐਂਡ ਇੱਧਰਲੇ ਪਾਸੇ ਕੀ ਮੰਨਦੇ ਆ ਆਪਾਂ OB ਵਾਲੇ ਪਾਸੇ ਮਿਊ OB ਦਿੱਤੀ ਕਿੰਨੀ ਹੋਈ ਆ ਆਪਾਂ ਨੂੰ, ਇਹ ਕਿਉਂ ਇਹ 'ਚੋਂ ਲੈਮਡਾ ਕੱਢ ਲਓ ਕਿੰਨਾ ਆਊਗਾ, ਲੈਮਡਾ ਆਊਗਾ P ਅਪੋਨ OA, ਇੱਥੇ ਮਿਊ ਕਿੰਨਾ ਆਊਗਾ ਜੀ Q ਅਪੋਨ OB। ਦੇਅਰਫੋਰ ਬਾਏ ਲੈਮਡਾ ਮਿਊ ਥਿਓਰਮ ਕਹਿੰਦੀ ਹੈਗੀ ਆ ਕਿ AC ਅਪੋਨ BC ਇਹ ਹੋਊਗਾ ਮਿਊ ਅਪੋਨ ਲੈਮਡਾ, ਇਹ ਥਿਓਰਮ ਕਹਿੰਦੀ ਆ। ਮਿਊ ਕੱਢ ਲਿਆ ਆਪਾਂ ਨੇ, ਲੈਮਡਾ ਕੱਢ ਲਿਆ, 'ਚ ਭਰ ਦੇਵਾਂਗੇ। ਮਿਊ ਹੈਗਾ Q ਅਪੋਨ OB, ਲੈਮਡਾ ਹੈਗਾ P ਅਪੋਨ OA, ਇਹਨੂੰ ਉੱਪਰ ਲੈ ਗਏ ਜੀ ਆਪਾਂ, Q ਇੰਟੂ OA ਬਟਾ P ਇੰਟੂ OB, ਇਹ ਆਪਣਾ ਆਂਸਰ ਆ ਗਿਆ ਕਿ AC ਅਪੋਨ BC ਜਿਹੜੀ ਹੈਗੀ ਆ ਇਹ Q ਇੰਟੂ OA ਅਪੋਨ P ਇੰਟੂ OB ਹੋਊਗਾ। ਜੋ ਲੈਮਡਾ ਮੈਥਡ ਦੇ ਆਪਾਂ ਕੁਐਸਚਨ ਕਰਵਾਉਣੇ ਸੀਗੇ। ਇਹ ਲਾਸਟ ਟੌਪਿਕ ਸੀ ਇਸ ਚੈਪਟਰ ਦਾ, ਫੋਰਸਿਸ ਐਕਟਿੰਗ ਐਟ ਅ ਪੁਆਇੰਟ। ਅਤੇ ਨੈਕਸਟ ਲੈਕਚਰ ਵਿੱਚ ਆਪਾਂ ਫਿਰ ਨੈਕਸਟ ਚੈਪਟਰ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਜੀ। ਕੋਈ ਡਾਊਟ ਹੋਇਆ ਤਾਂ WhatsApp 'ਤੇ ਸ਼ੇਅਰ ਕਰ ਲਿਓ। ਥੈਂਕ ਯੂ।